अगस्त है और 2020 और प्रभु ने सानू सब नू संभालिया है, इसलिए असी प्रभु दे बड़े शुक्रगुजार हाँ। मेरे अजीजो, बड़ी देर तक पुराने फोन तो अलाइव होंदा रहा, पर अज प्रभु ने सानू नवा मोबाइल फोन दिता है ताजो ये तो अलाइव हो सके। और असी आशा करते हाँ कि अज नवे फोन तो जिहड़ा लाइव हो रहा है, मैं विश्वास करता हाँ कि वो वधिया होवेगा और तुहाडे कोल वधिया आवाज़ पहुँचेगी और ये प्रभु दा धन्नवाद है। मेरे अजीजो, प्रभु ढेर सारी बरकत दवे। दिनों दिन लोग हो रहे ने। पहला तो आशा सी कि चलो कोई नहीं, बड़ियां दवाइयां निकल रही सन, पर मेरे दे दिल जिहड़े ने वो गम दे नाल भरे हुए ने। और मैं इस प्रभु के वचन नूं लैके ये आस करता हाँ कि इस उत्ते विश्वास करांगे तो वो साडे लई सब कुछ करन दी शक्ति रखदा है। वो सानू बचाउण, सानू संभालन की शक्ति रखता है, साडे बच्चों के जीवन ते दया करन की शक्ति रखता है। और बस साडी आस यहोवा ते, क्योंकि जबूर की किताब और उसकी पहली आयत विच लिखा है, मेरी आस है तेरे उत्ते ऐ यहोवा पाक खुदा। प्रभु तुहानू ढेर सारी बरकत दवे, बड़ियां आशीषां दे नाल प्रभु तुहानू संभाले। आओ फिर असी अज नू शुरू कर। और अज दा टॉपिक है दा सप। अज दा टॉपिक है पित्तल दा सप। और मेरे अजीजो, उदो मतलब ऊपर एक टांगे दे उत्ते करके पित्तल दा सप किया गया। जदों इसराइलियां ने एक गलती की थी और उन्होंने बड़े जहरीले सप लड़ रहे सन, देख के मर जाता। और फिर सप लड़दा सी, फिर वो मरदे जाते सन। इस तरह ढेर सारे इसराइली सी, वो सप्पां ने डंग मार मार के उन्होंने मार दिता। और याद रखो, हुण कसूर की है? कसूर साडे प्रभु का नहीं है, कसूर हमेशा मनुख का होता है। और जिहड़ा मनुख अपने प्रभु की अधीनगी के अंदर, ओदी आज्ञाकारी के अंदर नहीं चलता, जिहड़ा जमीन अते आसमान का साडा मालिक है, जदों असीं ओदी अधीनगी च नहीं चलते ते फिर मुश्किलां मनुख लई खड़ियां हो जांदियां ने। आओ मैं तुहाडे सामने पढ़ना चाहुंदा हाँ, और गिनती की किताब है और अध्याय है, और ओदी 6 आयत तो मैं पढ़ना चाहुंदा हाँ। और लिखा है 5 तो लिखा है, सो प्रजा यहोवा अते मूसा बोली, पर तुसी क्यों सानू मिस्र तो उतां लै आए हो, तां जो
ਅਸੀਂ ਉਜਾੜ ਵਿੱਚ ਮਰੀਏ, ਇੱਥੇ ਨਾ ਰੋਟੀ ਹੈ ਨਾ ਪਾਣੀ ਹੈ, ਸਾਡੀਆਂ ਜਾਨਾਂ ਇਸ ਨਿਕੰਮੀ ਰੋਟੀ ਤੋਂ ਅੱਕ ਗਈਆਂ ਹਨ। ਮੇਰੇ ਅਜੀਜ਼ੋ, ਇਹ ਰੋਟੀ ਕਿਹੜੀ ਸੀ ਜਿਹਦੇ ਬਾਰੇ ਉਹ ਕਹਿ ਰਹੇ ਨੇ ਵੀ ਇਸ ਰੋਟੀ ਤੋਂ, ਇਸ ਨਿਕੰਮੀ ਰੋਟੀ ਤੋਂ ਸਾਡੀਆਂ ਜਾਨਾਂ ਅੱਕ ਗਈਆਂ ਨੇ। ਸੌਂਦਾ ਸੀ ਔਰ ਰਾਤ ਨੂੰ ਇਸਰਾਏਲੀ ਸੁੱਤੇ ਹੁੰਦੇ ਸਨ। ਮਨੇਰ ਸਾਰ ਜਦੋਂ ਉੱਠਦੇ ਸਨ ਔਰ ਮੰਨਾ ਉਹਨਾਂ ਦੇ ਡੇਰਿਆਂ ਦੇ ਆਲੇ ਦੁਆਲੇ ਉੱਤੋਂ ਡਿੱਗਾ ਹੁੰਦਾ। ਜਾਣੇ ਕਿ ਵਧੀਆ ਸੀ ਔਰ ਯਹੋਵਾ ਵਧੀਆ ਰੋਟੀ ਉੱਤੋਂ ਦੇ ਰਿਹਾ ਸੀ। ਕਿਸੇ ਨੂੰ ਆਟਾ ਨਹੀਂ ਸੀ ਪਿਆਉਣਾ ਪੈਂਦਾ, ਕਿਸੇ ਨੂੰ ਕੋਈ ਕਰਨੀ ਪੈਂਦੀ, ਬਸ ਉੱਤੋਂ ਮੰਨਾ ਰਾਤ ਨੂੰ ਡਿੱਗਦਾ ਸੀ ਔਰ ਮਨੇਰੇ ਇਸਰਾਈਲ ਉਹਨੂੰ ਇਕੱਠਾ ਕਰ ਕਰਕੇ ਆਪਣੇ ਟੱਬਰ ਅਨੁਸਾਰ ਲੈ ਆਉਂਦੇ ਸਨ ਔਰ ਫਿਰ ਉਸ ਨੂੰ ਤਵੀਆਂ ਵਿੱਚ ਤਲ ਕੇ ਆਪਣੇ ਬੱਚਿਆਂ ਨੂੰ ਖਵਾਉਂਦੇ ਸੀ, ਆਪ ਖਾਂਦੇ ਸੀ। ਯਾਦ ਰੱਖੋ, ਸ਼ਾਮ ਤੱਕ ਦਾ ਉਹ ਰਾਤ ਰੱਖਦੇ, ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਫਿਰ ਇਸ ਕਰਕੇ ਸ਼ਾਮ ਤੱਕ ਦੇ ਖਾਣ ਲਈ ਇਕੱਠਾ ਕਰ ਔਰ ਰੋਜ਼ਾਨਾ ਹੀ ਇਕੱਠਾ ਕਰਦੇ ਸਨ। ਪਰ ਇਸਰਾਏਲੀਆਂ ਨੇ ਯਹੋਵਾ ਦੇ ਵਿਰੁੱਧ ਏਕਾ ਕਰ ਲਿਆ ਔਰ ਮੂੰਹ ਤੋਂ ਬੋਲਣ ਲੱਗ ਪਏ। ਗਿਣਤੀ 21 ਦੀ 5ਵੀਂ ਆਇਤ ਔਰ ਉਹ ਕਹਿ ਰਹੇ ਸੀ, ਤੇ ਇੱਕ ਹੋਰ ਆਇਤ ਹੈ ਜਿਹੜੀ 4 ਆ, ਮੈਂ 4 ਤੋਂ ਪੜ੍ਹਨਾ ਸ਼ੁਰੂ ਕਰਦਾ। ਪੈਸੇਜ 4 ਤੋਂ ਸ਼ੁਰੂ। ਤਾਂ ਉਹਨਾਂ ਨੇ ਹੋਰ ਨਾਮੀ ਸਮੁੰਦਰ ਥਾਣੀ ਅਦੋਮ ਦੇ ਦੇਸ਼ ਦੇ ਦੁਆਲਿਓਂ ਦੀ ਪਰ ਪਰਜਾ ਦੀ ਜਾਨ ਰਾਹ ਦੇ ਕਾਰਨ ਲਿਖਿਆ ਹੋਸ ਗਈ। ਸੋ ਪਰਜਾ ਯਹੋਵਾ ਦੇ ਵਿਰੁੱਧ ਅਤੇ ਤੁਸੀਂ ਕਿਉਂ ਸਾਨੂੰ ਮਿਸਰ ਤੋਂ ਉਤਾਰ ਲੈ ਆਏ ਹੋ, ਜੋ ਅਸੀਂ ਉਜਾੜ ਵਿੱਚ ਨਾ ਰੋਟੀ ਨਾ ਪਾਣੀ, ਸਾਡੀਆਂ ਜਾਨਾਂ ਇਸ ਨਿਕੰਮੀ ਰੋਟੀ ਤੋਂ ਅੱਕ ਗਈਆਂ ਹਨ। ਖੁਦਾ ਨੇ ਇੰਨੇ ਵੱਡੇ ਕੰਮ ਇਸਰਾਏਲ ਲਈ ਕੀਤੇ ਔਰ ਅੱਜ ਵੀ ਕਰ ਰਿਹਾ ਹੈ। ਉਦੋਂ ਵੀ ਕੀਤੇ, ਅੱਜ ਵੀ ਉਹ ਕਰ ਰਿਹਾ ਹੈ। ਤੇ ਪ੍ਰਭੂ ਤੁਹਾਨੂੰ ਬਹੁਤ ਵੱਡੀ ਕਿਰਪਾ ਦੇਵੇ। ਦੱਸਣਾ ਚਾਹੁੰਦਾ ਹਾਂ, ਜਦੋਂ ਉਹਨਾਂ ਨੇ ਕਿਹਾ ਕਿ ਸਾਡੀਆਂ ਜਾਨਾਂ ਇਸ ਨਿਕੰਮੀ ਰੋਟੀ ਤੋਂ ਅੱਕ ਗਈਆਂ ਹਨ, ਤੇ ਕੀ ਹੋਇਆ? ਮੈਂ 6ਵੀਂ ਆਇਤ ਪੜ੍ਹਨੀ ਚਾਹੁੰਦਾ। ਤਾਂ ਯਹੋਵਾ ਨੇ ਅਗਨੀ ਸੱਪ ਘੱਲੇ ਅਤੇ ਉਹਨਾਂ ਨੇ ਲੋਕਾਂ ਨੂੰ ਦੱਸਿਆ। ਤਾਂ ਇਸਰਾਏਲੀਆਂ ਵਿੱਚੋਂ ਬਹੁਤ ਲੋਕ ਮਰ ਗਏ। ਫਿਰ ਪਰਜਾ ਨੇ ਮੂਸਾ
ਪਾਪ ਕੀਤਾ ਹੈ, ਅਸੀਂ ਤੇਰੇ ਵਿਰੁੱਧ ਅਤੇ ਯਹੋਵਾ ਦੇ ਵਿਰੁੱਧ ਬੋਲੇ ਹਾਂ। ਹੁਣ ਯਹੋਵਾ ਅੱਗੇ ਬੇਨਤੀ ਕਰ ਕਿ ਉਹ ਸਾਥੋਂ ਇਹ ਸੱਪ ਮੋੜ ਲਵੇ। ਸੋ ਮੂਸਾ ਨੇ ਪਰਜਾ ਨੇ ਬੇਨਤੀ ਕੀਤੀ। ਯਹੋਵਾ ਨੇ ਮੂਸਾ ਨੂੰ ਆਖਿਆ, ਆਪਣੇ ਲਈ ਇੱਕ ਅਗਨੀ ਸੱਪ ਬਣਾ ਕੇ, ਆਪਣੇ ਲਈ ਇੱਕ ਅਗਨੀ ਸੱਪ ਬਣਾ ਕੇ ਉਹਨੂੰ ਇੱਕ ਡੰਡੇ ਰੱਖ ਦੇ, ਤਾਂ ਇਉਂ ਹੋਵੇਗਾ ਜਿਹੜਾ ਦੱਸਿਆ ਜਾਵੇ ਉਹਨੂੰ ਹੋਵੇਗਾ। ਉਪਰੰਤ ਮੂਸਾ ਨੇ ਇੱਕ ਪਿੱਤਲ ਦਾ ਸੱਪ ਬਣਾ ਕੇ ਉਸ ਨੂੰ ਡੰਡੇ ਉੱਤੇ ਰੱਖਿਆ। ਤਾਂ ਇਉਂ ਹੋਇਆ ਕਿ ਜਦ ਸੱਪ ਕਿਸੇ ਨੂੰ ਡਸਦਾ ਸੀ ਤਾਂ ਉਹ ਪਿੱਤਲ ਦੇ ਸੱਪ ਵੱਲ ਨਿਗਾਹ ਕਰਕੇ ਜਿਉਂਦਾ ਰਹਿੰਦਾ ਸੀ। ਪ੍ਰਭੂ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। ਅਸੀਂ ਦੇਖਦੇ ਹਾਂ ਵਚਨ ਕਿੰਨਾ ਮਹਾਨ ਹੈ, ਔਰ ਜਿਹਦੇ ਬਾਰੇ ਅੱਜ ਅਸੀਂ ਇੰਨੇ ਫਿਕਰਮੰਦ ਨਹੀਂ ਹਾਂ, ਜਦ ਕਿ ਸਾਨੂੰ ਬੜੇ ਫਿਕਰਮੰਦ ਤੇ ਸਾਨੂੰ ਆਗਿਆਕਾਰ ਔਰ ਸਾਨੂੰ ਵਫਾਦਾਰ ਪ੍ਰਭੂ ਦੇ ਹੋਣਾ ਚਾਹੀਦਾ ਹੈ। ਸੋ ਅਸੀਂ ਦੇਖਦੇ ਹਾਂ ਕਿ ਇਹ ਪਿੱਤਲ ਦਾ ਸੱਪ ਬਣਾ ਦਿੱਤਾ ਗਿਆ। ਮੂਸਾ ਨੇ ਬਣਾਇਆ ਪਿੱਤਲ ਦਾ ਸੱਪ। ਔਰ ਇਹਦੇ ਤੋਂ ਪਹਿਲਾਂ ਕਿ ਪਿੱਤਲ ਦਾ ਸੱਪ ਬਣਦਾ, ਅਗਨੀ ਸੱਪ, ਬੜੀ ਵਿਸ ਵਾਲੇ ਸੱਪ, ਬਸ ਜਦੋਂ ਡਾਂਗੀ ਮਾਰਦੇ ਸੀ ਤੇ ਆਦਮੀ ਰਿੜ ਕੇ ਉਧਰ ਚਲਾ ਜਾਂਦਾ ਸੀ, ਉਹ ਖਤਮ ਹੋ ਜਾਂਦਾ ਸੀ। ਅੱਜ ਦਾ ਟੌਪਿਕ ਹੈ, ਅੱਜ ਦਾ ਟੌਪਿਕ ਹੈ ਪਿੱਤਲ ਦਾ ਸੱਪ। ਮੇਰੇ ਅਜੀਜ਼ੋ, ਪ੍ਰਭੂ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। ਸੱਪਾਂ ਦੀ ਵਿਸ ਕਿੰਨੀ ਹੁੰਦੀ ਹੈ, ਔਰ ਇਹ ਜ਼ਿਆਦਾ ਵਿਸ ਵਾਲੇ ਸੱਪ ਸਨ ਜਿਹੜੇ ਯਹੋਵਾ ਨੇ ਮਿਸਰੀਆਂ ਵੱਲ ਘੱਲ ਦਿੱਤੇ। ਔਰ ਉਹ ਜਦੋਂ ਡਿੱਗਦੇ ਜਾਂਦੇ, ਔਰ ਡਿੱਗਦਿਆਂ ਡਿੱਗਦਿਆਂ ਜਦੋਂ ਪਿੱਤਲ ਦੇ ਸੱਪ ਵੱਲ ਵੇਂਦੇ ਸੀ ਤੇ ਬਚ ਜਾਂਦੇ ਸੀ। ਪ੍ਰਭੂ ਬਹੁਤ ਅਸੀਂ ਲਿਖਤ ਦੇ ਵਿੱਚੋਂ ਪੜ੍ਹਦੇ ਹਾਂ, ਔਰ ਇੱਥੇ ਲਿਖਤ ਕਹਿੰਦੀ ਹੈ, ਆਵੀਂ ਆਇਤ ਗਿਣਤੀ 21:9, ਉਪਰੰਤ ਮੂਸਾ ਨੇ ਇੱਕ ਪਿੱਤਲ ਦਾ ਸੱਪ ਬਣਾ ਕੇ ਉਹਨੂੰ ਡੰਡਾ। ਤਾਂ ਇਉਂ ਹੋਇਆ ਕਿ ਜਦ ਸੱਪ ਕਿਸੇ ਮਨੁੱਖ ਨੂੰ ਡਸਦਾ ਸੀ, ਸੱਪ ਵੱਲ ਨਿਗਾਹ ਕਰਕੇ ਜਿਉਂਦਾ ਰਹਿੰਦਾ ਸੀ। ਔਰ ਉਸ ਸੱਪ ਨੂੰ ਜਿਹੜਾ ਪਿੱਤਲ ਦਾ ਬਣਾਇਆ, ਉਹਨੂੰ ਇੱਕ ਡੰਡੇ ਦੇ ਉੱਤੇ ਇਸ ਤਰ੍ਹਾਂ ਕਰਕੇ ਉਹਦਾ ਮੂੰਹ ਤਾਂ ਕਰ ਦਿੱਤਾ, ਉਹਦੀ ਪੂਛ ਖਾਂ ਕਰ ਦਿੱਤੀ, ਡੰਡੇ ਦੇ ਨਾਲ ਉਹਨੂੰ ਵਲੇਟ ਦਿੱਤਾ। ਔਰ ਅਸੀਂ ਦੇਖਦੇ ਹਾਂ ਪਿੱਤਲ ਦਾ ਮਤਲਬ ਕੀ ਹੈ। ਪਿੱਤਲ ਦਾ ਮਤਲਬ ਹੈ ਨਿਆਂ। ਪਿੱਤਲ ਦਾ ਮਤਲਬ ਹੈ ਨਿਆਂ। ਪ੍ਰਭੂ ਤੁਹਾਨੂੰ ਬਹੁਤ ਵੱਡੀ ਕਿਰਪਾ ਦੇਵੇ। ਹੁਣ ਅਸੀਂ ਵੇਖਦੇ ਹਾਂ ਕਿ ਸਾਡੀ ਇਹਨਾਂ ਦਿਨਾਂ ਦੀ ਮੈਡੀਕਲ ਲਾਈਨ, ਜਾਣੇ ਕਿ ਮੈਡੀਕਲ ਲਾਈਨ ਕਿਸ ਤਰ੍ਹਾਂ ਸ਼ੁਰੂ ਹੋਈ ਔਰ ਕਿਸ ਤਰ੍ਹਾਂ ਹਸਪਤਾਲ ਸ਼ੁਰੂ ਹੋਏ, ਤਾਂ ਮੈਂ ਦੱਸਣਾ ਚਾਹੁੰਦਾ ਕਿ 1800 ਵਿੱਚ ਇਹ ਜਿਹੜਾ ਲੁਧਿਆਣੇ ਦਾ ਇਹ ਸ਼ੁਰੂ ਹੋਇਆ, ਔਰ ਅਜੇ ਵੀ ਉਹ ਪੁਰਾਣਾ ਬਰਾਊਨ ਹਸਪੀਟਲ ਜੋ ਲੁਧਿਆਣੇ ਦੇ ਅੰਦਰ ਹੈ, ਅਜੇ ਵੀ ਉਹਦੇ ਵਿੱਚ
ਇਹਨਾਂ ਨੇ ਉਹ ਸੱਪ ਦਾ ਨਿਸ਼ਾਨ ਜਿਹੜਾ ਸੀ ਉਹ ਪੇਪਰਾਂ ਤੇ ਛਪਵਾ ਦਿੱਤਾ। ਔਰ ਹੁਣ ਉਹ ਪਿੱਤਲ ਦਾ ਸੱਪ ਤੇ ਨਹੀਂ, ਪਰ ਯਾਦ ਰੱਖੋ ਰਜਿਸਟਰਾਂ ਦੇ ਉੱਤੇ ਔਰ ਮੈਡੀਕਲ ਲੈਣ ਦੀਆਂ ਚੀਜ਼ਾਂ ਉੱਤੇ ਸੱਪ ਦਾ ਇੱਕ ਨਿਸ਼ਾਨ ਹੈ। ਪਰ ਉਹ ਕੱਲਾ ਹੀ ਸੱਪ ਸੀ ਜਿਹੜਾ ਮੂਸਾ ਨੇ ਬਣਾਇਆ। ਅਮਰੀਕਾ ਨੇ ਕੀ ਕੀਤਾ ਹੈ? ਅਮਰੀਕਾ ਨੇ, ਕਿਉਂਕਿ ਅਮਰੀਕਾ ਪੈਸੇ ਵਟਣ ਦਾ ਬੜਾ ਚਾਹਵਾਨ ਹੈ, ਪੈਸੇ ਇਕੱਠੇ ਕਰਨ ਦਾ ਬੜਾ ਚਾਹਵਾਨ ਹੈ। ਵੈਸੇ ਤੇ ਸਾਰੀ ਦੁਨੀਆ ਹੈ, ਮੈਂ ਕਿਸੇ ਦੀ ਆਲੋਚਨਾ ਨਹੀਂ ਕਰਦਾ, ਪ੍ਰਭੂ ਕਿਰਪਾ ਦੇ ਸਾਰਿਆਂ ਨੂੰ ਜੂਨ ਦੇ ਲਈ। ਉਹਨਾਂ ਨੇ ਕੀ ਕੀਤਾ? ਉਹਨਾਂ ਨੇ 2 ਸੱਪ ਬਣਾਏ। ਔਰ ਹੁਣ ਕੰਪਿਊਟਰ 2 ਉਹਨਾਂ ਨੇ ਸੱਪ ਬਣਾਏ ਔਰ ਉਹ ਦੋਵੇਂ ਜਿਹੜੇ ਸੀ ਉਹ ਡੰਡੇ ਨਾਲ ਲਪੇਟ ਦਿੱਤੇ ਗਏ। ਇਹ ਕੀ ਕਰ ਦਿੱਤਾ ਗਿਆ? ਮੂਸਾ ਨੇ ਤੇ ਔਰ ਇਹਨਾਂ ਨੇ ਕਾਗਜ਼ ਡਬਲ ਸੱਪ ਬਣਾ ਦਿੱਤਾ। ਔਰ ਦੇਖਦੇ ਹਾਂ ਜਿਹੜੇ ਇਹ ਨਿਸ਼ਾਨ ਹੈ ਉਹਨੂੰ ਕੋਈ ਹੱਥ ਨਹੀਂ ਪਾਉਂਦਾ। ਉਹ ਕਹਿੰਦੇ ਨੇ ਕਿ ਮੈਡੀਕਲ ਲਾਈਨ ਦਾ ਇੱਕ ਨਿਸ਼ਾਨ ਹੈ, ਪਰ ਇਹ ਨਿਸ਼ਾਨ ਬਾਈਬਲ ਦੇ ਅੰਦਰ ਹੈ। ਕਿਸੇ ਨੂੰ ਵੀ ਪਤਾ ਨਹੀਂ ਇਹ ਕਿੱਥੇ ਹੈ, ਪਰ ਮੈਂ ਬਾਈਬਲ ਇਹ ਨਿਸ਼ਾਨ ਬਾਈਬਲ ਦੇ ਅੰਦਰ ਹੈ। ਇਹ ਬਾਈਬਲ ਦੇ ਅੰਦਰੋਂ ਕੱਢਿਆ ਗਿਆ ਹੈ। ਔਰ ਅਮਰੀਕਾ ਨੇ ਡਬਲ ਡੰਡਾ ਲੈ ਕੇ, ਕਾਰਾ ਡੰਡਾ ਲੈ ਕੇ, ਜਦ ਕਿ ਉਸਨੇ ਮੂਸਾ ਨੇ ਪਿੱਤਲ ਦਾ ਇੱਕ ਸੱਪ ਲੈ ਕੇ ਔਰ ਉਹਨੂੰ ਡੰਡੇ ਦੇ ਉੱਤੇ ਇਸ ਤਰ੍ਹਾਂ ਬਣਾ ਕੇ ਤੇ ਉਹਦਾ ਬੁੱਤ ਮਤਲ ਜਿਹੜਾ ਸੀ ਪਿੱਤਲ ਦਾ ਸੱਪ ਉਹ ਰੱਖ ਦਿੱਤਾ। ਮੇਰੇ ਅਜੀਜ਼ੋ, ਲੋਕ ਕਈ ਵਾਰੀ ਸੱਪਾਂ ਨੂੰ ਪੂਜਦੇ ਨੇ। ਜੀ ਹੈ ਹਾਂ ਕਿ ਬਾਈਬਲ ਕੀ ਕਹਿੰਦੀ ਹੈ। ਆਓ ਅਸੀਂ ਪੜਾਂਗੇ ਪ੍ਰਭੂ ਦੇ ਵਚਨ ਦੇ ਅੰਦਰੋਂ ਕਿਤਾਬ ਔਰ ਉਸ ਦਾ 3ਰਾ ਅਧਿਆਇ ਔਰ 15ਵੀਂ ਆਇਤ ਮੈਂ ਤੁਹਾਡੇ ਸਾਹਮਣੇ ਪੜ੍ਹਨੀ ਚਾਹੁੰਦਾ ਹਾਂ। ਔਰ ਲਿਖਤ ਕਹਿੰਦੀ ਹੈ, ਉਤਪਤੀ 3:15 ਅਤੇ ਤੇਰੇ ਤੇ ਤੀਵੀਂ ਵਿੱਚ ਖੁਦਾ ਉਸ ਹਵਾ ਨੂੰ ਤੇ ਸੱਪ ਨੂੰ ਕਹਿ ਰਿਹਾ ਹੈ। ਉਹਨੇ ਕਿਹਾ ਹੈ ਸੱਪ ਨੂੰ, ਤੇਰੇ ਅਤੇ ਤੀਵੀਂ ਵਿੱਚ, ਤੇਰੇ ਵਿੱਚ ਤੇ ਤੀਵੀਂ ਵਿੱਚ ਲਿਖਿਆ ਹੈ, ਤਦ ਯਹੋਵਾ ਪਰਮੇਸ਼ਰ ਨੇ ਤੀਵੀਂ ਨੂੰ ਆਖਿਆ ਕਿ ਤੂੰ ਇਹ ਕੀ ਕੀਤਾ? ਤੀਵੀਂ ਨੇ ਆਖਿਆ ਕਿ ਸੱਪ ਨੇ ਮੈਨੂੰ ਭਰਮਾਇਆ ਹੈ ਤਾਂ ਮੈਂ ਖਾਧਾ। ਫਿਰ ਯਹੋਵਾ ਪਰਮੇਸ਼ਰ ਨੇ ਸੱਪ ਨੂੰ ਆਖਿਆ, ਭਾਈ ਇਸ ਲਈ ਕਿ ਤੂੰ ਇਹ ਕੀਤਾ, ਤੂੰ ਸਾਰੇ ਡੰਗਰਾਂ ਨਾਲੋਂ, ਸਾਰੇ ਜੰਗਲੀ ਜਾਨਵਰਾਂ ਨਾਲੋਂ ਸ਼ਰਾਪੀ ਹੈ। ਤੂੰ ਆਪਣੇ ਢਿੱਡ ਦੇ ਭਾਰ ਤੁਰੇਗਾ, ਆਪਣੇ ਜੀਵਨ ਦੇ ਸਾਰੇ ਦਿਨ ਤੂੰ ਅਤੇ ਤੇਰੇ ਤੇ ਤੀਵੀਂ ਵਿੱਚ, ਤੇਰੀ ਸੰਤਾਨ ਤੇ ਤੀਵੀਂ ਦੀ ਸੰਤਾਨ ਵਿੱਚ ਮੈਂ ਵੈਰ ਪਾਵਾਂਗਾ। ਉਹ ਤੇਰੇ ਸਿਰ ਨੂੰ ਫੇਵੇਗਾ ਅਤੇ ਤੂੰ ਉਹਦੀ ਅੱਡੀ ਨੂੰ ਡੰਗ ਮਾਰੇਗਾ। ਇਸ ਸੱਪ ਦਾ ਜ਼ਿਕਰ ਉਤਪਤੀ
3 ਦੀ 13 ਤੋਂ ਸ਼ੁਰੂ ਹੋ ਜਾਂਦਾ, 13, 14, 15 ਤੱਕ ਜਾਂਦਾ ਹੈ। ਪ੍ਰਭੂ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। ਹੁਣ ਅਸੀਂ ਵੇਖਦੇ ਹਾਂ ਕਿ ਇਹ ਇਸ ਨੇ ਔਰ ਅੱਜ ਵੀ ਅਸੀਂ ਦੇਖਦੇ ਹਾਂ ਕਿ ਸੱਪ ਜਿਹੜਾ ਹੈ ਉਹ ਕਿਸ ਤਰ੍ਹਾਂ ਮਨੁੱਖ ਦੇ ਉੱਤੇ ਹਮਲੇ ਕਰ ਦਿੰਦਾ ਹੈ। ਜਿਸ ਤਰ੍ਹਾਂ ਉਹਨਾਂ ਸੱਪਾਂ ਨੇ ਮੂਸਾ ਦੇ ਦਿਨਾਂ ਵਿੱਚ ਇਸਰਾਏਲੀਆਂ ਉੱਤੇ ਹਮਲਾ ਕਰ ਦਿੱਤਾ ਔਰ ਸਾਡੇ ਯਹੋਵਾ ਪਰਮੇਸ਼ਰ ਨੇ ਕਿਹਾ ਇੱਕ ਸੱਪ ਬਣਾ ਕੇ ਉਹਨੂੰ ਡੰਡੇ ਦੇ ਉੱਤੇ ਟੰਗ ਕੇ ਤੇ ਉਹਨੂੰ ਉੱਚਾ ਕਰ ਦੇ, ਜਿਹੜਾ ਕੋਈ ਉਹਦੇ ਵੱਲ ਵੇਖੇਗਾ ਉਹ ਬਚ ਜਾਵੇਗਾ। ਬੜੀ ਦੇਰ ਤੱਕ ਲੋਕ ਕੀ ਕਰਦੇ ਰਹੇ? ਪਿੱਤਲ ਦੇ ਸੱਪ ਵੱਲ ਵੇਖਦੇ ਰਹੇ। ਪਰ ਯਾਦ ਰੱਖੋ, ਇਸਰਾਈਲ ਦੇ ਅੰਦਰ ਇੱਕ ਰਾਜਾ ਉੱਠਿਆ। ਇਹ ਰਾਜਾ ਜਿਹੜਾ ਹੈ ਇਹ ਖੁਦਾ ਨੂੰ ਬਹੁਤ ਪਿਆਰ ਕਰਨ ਵਾਲਾ ਹੈ। ਇਹ ਰਾਜਾ ਸਾਨੂੰ ਮਿਲਦਾ ਹੈ ਦੂਸਰਾ ਰਾਜਾ ਔਰ ਉਸ ਦਾ 18 ਅਧਿਆਏ ਜਿਹੜਾ ਮੈਂ ਤੁਹਾਡੇ ਸਾਹਮਣੇ ਪੜ੍ਹਨ ਲੱਗਿਆ ਹਾਂ। ਦੂਸਰਾ ਰਾਜਾ, ਪ੍ਰਭੂ ਢੇਰ ਸਾਰੀ ਬਰਕਤ ਹੋਵੇ। 18 ਅਧਿਆਏ ਇੱਥੇ ਮੈਂ ਕੱਢ ਕੇ ਰੱਖਿਆ ਹੋਇਆ ਹੈ ਔਰ ਮੈਂ ਤੁਹਾਡੇ ਸਾਹਮਣੇ ਉਸ ਦੂਸਰੇ ਰਾਜਾ ਨੂੰ ਕੱਢਣਾ ਚਾਹੁੰਦਾ ਪ੍ਰਭੂ। ਔਰ ਇਹ ਦੂਸਰਾ ਰਾਜਾ 18 ਅਧਿਆਏ ਹੈ ਔਰ 18 ਅਧਿਆਏ ਦੀ ਮੈਂ ਤੁਹਾਡੇ ਸਾਹਮਣੇ ਪੜ੍ਹਨਾ ਚਾਹੁੰਦਾ ਕੁਝ ਆਇਤ ਔਰ ਉਹ ਆਇਤ ਹੈ ਦੂਸਰਾ ਰਾਜਾ 18 ਅਧਿਆਏ ਔਰ ਉਸ ਦੀ ਮੈਂ 4 ਆਇਤ ਤੁਹਾਡੇ ਸਾਹਮਣੇ ਪੜ੍ਹਨੀ ਚਾਹੁੰਦਾ। ਲਿਖਿਆ, ਉਸਨੇ ਉੱਚੀਆਂ ਥਾਵਾਂ ਨੂੰ ਹਟਾ ਦਿੱਤਾ। ਕਿੰਨੇ? ਹਿਜਕੀਆ ਪਾਤਸ਼ਾਹ ਨੇ। ਹਿਜਕੀਆ ਪਾਤਸ਼ਾਹ ਨੇ ਲਿਖਿਆ ਹੈ ਕਿ ਉੱਚੀਆਂ ਥਾਵਾਂ ਨੂੰ ਹਟਾ ਦਿੱਤਾ ਅਤੇ ਥੰਮਾਂ ਦੇ ਟੁਕੜੇ ਟੁਕੜੇ ਕਰ ਦਿੱਤੇ ਔਰ ਟੁੰਡਾਂ ਨੂੰ ਵੱਢ ਸੁੱਟਿਆ ਅਤੇ ਪਿੱਤਲ ਦੇ ਸੱਪ ਨੂੰ ਜੋ ਮੂਸਾ ਨੇ ਬਣਾਇਆ ਸੀ ਚਕਨਾ ਚੂਰ ਕਰ ਦਿੱਤਾ। ਕਿਉਂ ਜੋ ਉਹਨਾਂ ਦਿਨਾਂ ਵਿੱਚ, ਉਹਨਾਂ ਦਿਨਾਂ ਤਾਈਂ ਇਸਰਾਏਲੀ ਉਹਦੇ ਅੱਗੇ ਧੂਪ ਤਕਾਉਂਦੇ ਸਨ। ਸੋ ਉਸਨੇ ਉਹਦਾ ਨਾਹੂ ਸ਼ੈਤਾਨ ਰੱਖਿਆ ਔਰ ਉਹਦੇ ਟੋਟੇ ਟੋਟੇ ਕਰਕੇ ਉਹਨੂੰ ਚਕਨਾ ਚੂਰ ਕਰ ਦਿੱਤਾ। ਮੇਰੇ ਅਜ਼ੀਜ਼ੋ, ਅਸੀਂ ਦੇਖਦੇ ਹਾਂ ਕਿ ਇਸਰਾਏਲ ਮੂਰਤੀ ਪੂਜਾ ਨਹੀਂ ਕਰਦਾ। ਭਾਵੇਂ ਸੱਪ ਦੀ ਪੂਜਾ ਹੈ, ਭਾਵੇਂ ਕਾਸੇ ਦੀ ਪੂਜਾ ਹੈ, ਉਹ ਆਪਣੇ ਯਹੋਵਾ ਪਰਮੇਸ਼ਰ ਦੀ ਪੂਜਾ ਕਰਦੇ ਨੇ ਜਿਹੜਾ ਜ਼ਮੀਨ ਅਤੇ ਆਸਮਾਨ ਦਾ ਮਾਲਕ ਹੈ। ਸੋ ਮੇਰੇ ਅਜ਼ੀਜ਼ੋ, ਸਾਨੂੰ ਪ੍ਰਭੂ ਦਾ ਧੰਨਵਾਦ ਕਰਨਾ ਚਾਹੀਦਾ ਹੈ। ਅੱਜ ਵੀ ਬੇਸ਼ੱਕ ਕਾਗਜ਼ਾਂ ਦੇ ਉੱਤੇ ਮੈਡੀਕਲ ਚਿੰਨ੍ਹ ਬਣਿਆ ਹੋਇਆ ਹੈ, ਅਸੀਂ ਉਹਦਾ ਕੋਈ ਵਿਰੋਧ ਨਹੀਂ ਕਰ ਸਕਦੇ। ਪਰ ਯਾਦ ਰੱਖੋ, ਸਾਡਾ ਮਸੀਹ ਯਿਸੂ ਜਿਸ ਨੇ ਮੱਤੀ 11 ਦੀ 28 ਆਇਤ ਵਿੱਚ ਕਿਹਾ ਹੋਇਆ ਹੈ, ਇਹ ਸਾਰੇ ਥੱਕੇ ਹੋਏ ਅਤੇ ਭਾਰ ਦੇ ਹੇਠ ਦੱਬੇ ਹੋਏ, ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦਿਆਂਗਾ। ਮੇਰੇ ਕੋਲ ਆਓ, ਮੈਂ ਤੁਹਾਨੂੰ
ਰੱਖਦਾ ਹੈ। ਔਰ ਸਾਨੂੰ ਪ੍ਰਭੂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੀਦਾ ਹੈ। ਮੇਰੇ ਅਜੀਜ਼ੋ, ਪ੍ਰਭੂ ਕਿਰਪਾ ਦੇਵੇ। ਮੈਂ ਦੱਸਣਾ ਚਾਹੁੰਦਾ ਹਾਂ ਕਿ ਕਿਸ ਤਰ੍ਹਾਂ ਇਹ ਪੁਰਾਣੇ ਚਿੰਨ੍ਹ ਜਿਹੜੇ ਨੇ, ਨਿਸ਼ਾਨ ਜਿਹੜੇ ਨੇ, ਉਹ ਬਾਈਬਲ ਦੇ ਅੰਦਰ ਪਾਏ ਜਾਂਦੇ ਨੇ। ਔਰ ਅਸੀਂ ਦੇਖਦੇ ਹਾਂ ਕਿ ਉਹ ਮੰਨਾ ਜਿਹੜਾ ਖੁਦਾ ਨੇ ਕਦੇ ਇਸਰਾਈਲ ਨੂੰ ਸਾਲ ਦਿੰਦਾ ਰਿਹਾ, ਪਰ ਉਹ ਇਹਨੂੰ ਨਕੰਮੀ ਰੋਟੀ ਕਹਿ ਕੇ ਇੱਕ ਬਹੁਤ ਵੱਡੀ ਭੁੱਲ ਵਿੱਚ ਪੈ ਗਈ। ਔਰ ਯਾਦ ਰੱਖੋ, ਅਗਨੀ ਸੱਪਾਂ ਦੇ ਨਾਲ ਉਹਨਾਂ ਦਾ ਵਾਸਤਾ ਪੈ ਗਿਆ। ਔਰ ਅਸੀਂ ਦੇਖਦੇ ਹਾਂ, ਜੇ ਖੁਦਾ ਨਾ ਬਚਾਵੇ ਤੇ ਕੋਈ ਬਚ ਨਹੀਂ ਸਕਦਾ। ਔਰ ਫਿਰ ਸਾਨੂੰ ਪ੍ਰਭੂ ਦੇ ਹਮੇਸ਼ਾ ਧੰਨਵਾਦੀ ਹੋਣਾ ਚਾਹੀਦਾ ਹੈ। ਔਰ ਵਚਨ ਕਹਿੰਦਾ ਹੈ, ਯਿਸੂ ਮਸੀਹ ਦੇ ਮੂੰਹ ਨੇ ਮੱਤੀ 11:28 ਆਇਤ ਵਿੱਚ ਕਿਹਾ ਹੈ, ਜੋ ਮੈਂ ਤੁਹਾਡੇ ਸਾਹਮਣੇ ਪੜ੍ਹਨੀ ਚਾਹੁੰਦਾ ਹਾਂ ਕਿ ਪ੍ਰਭੂ ਤੁਹਾਨੂੰ ਬਹੁਤ ਵੱਡੀ ਕਿਰਪਾ ਦੇਵੇ। ਹੁਣ ਇੱਥੇ ਮੱਤੀ ਮੇਰੇ ਕੋਲ ਹੈ ਔਰ ਮੱਤੀ 11:28 ਵੀ ਮੇਰੇ ਕੋਲ ਹੈ। ਪ੍ਰਭੂ ਤੁਹਾਨੂੰ ਢੇਰ ਸਾਰੀ ਬਰਕਤ ਦੇਵੇ। ਔਰ ਮੱਤੀ 11:28 ਦੇ ਅੰਦਰ ਲਿਖਤ ਕਹਿੰਦੀ ਹੈ, ਮੱਤੀ 11:28 ਲਿਖਿਆ ਹੈ, हे ਸਾਰੇ ਥੱਕੇ ਹੋਇਓ ਅਤੇ ਭਾਰ ਦੇ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਆਰਾਮ ਦਿਆਂਗਾ। ਮੇਰਾ ਜੂਲਾ ਅਤੇ ਮੈਥੋਂ ਸਿੱਖੋ, ਜੋ ਮੈਂ ਕੋਮਲ ਅਤੇ ਮਨ ਦਾ ਗਰੀਬ ਹਾਂ, ਅਤੇ ਤੁਸੀਂ ਆਪਣਿਆਂ ਜੀਆਂ ਵਿੱਚ ਆਰਾਮ ਪਾਓਗੇ, ਕਿਉਂ ਜੋ ਮੇਰਾ ਜੂਲਾ ਹੌਲਾ ਅਤੇ ਮੇਰਾ ਭਾਰ ਹਲਕਾ ਹੈ। ਆਓ ਅਸੀਂ ਪ੍ਰਭੂ ਯਿਸੂ ਮਸੀਹ ਦੇ ਸਾਹਮਣੇ ਨੀਵੇਂ ਹੋ ਜਾਈਏ। ਜੇ ਕੋਈ ਸਾਡੇ ਕੋਲੋਂ ਭੁੱਲਾਂ ਹੋਈਆਂ ਨੇ, ਜਿਵੇਂ ਇਸਰਾਈਲ ਕੋਲੋਂ ਭੁੱਲਾਂ ਹੁੰਦੀਆਂ ਸਨ, ਜੇ ਸਾਡੇ ਕੋਲੋਂ ਕੋਈ ਭੁੱਲਾਂ ਚੁੱਕਾਂ ਹੋਈਆਂ ਨੇ, ਪ੍ਰਭੂ ਮਾਫ ਕਰ ਦਵੇ। ਔਰ ਉਹਦੀ ਕਿਰਪਾ ਸਾਡੇ, ਜਿਵੇਂ ਉਸ ਨੇ ਕਿਹਾ ਹੈ, ਇਹ ਸਾਰੇ ਥੱਕੇ ਹੋਇਓ ਅਤੇ ਭਾਰ ਦੇ ਹੇਠ ਦੱਬੇ ਹੋਇਓ, ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦਿਆਂਗਾ। ਤੇ ਆਓ ਅਸੀਂ ਹੱਥ ਜੋੜ ਕੇ ਅੱਖਾਂ ਨੂੰ ਬੰਦ ਕਰਕੇ ਪ੍ਰਭੂ ਯਿਸੂ ਮਸੀਹ ਦੇ ਸਾਹਮਣੇ ਆਪਣੇ ਸਿਰਾਂ ਨੂੰ ਝੁਕਾ ਕਰੀਏ। ਸਾਡੇ ਘਰਾਂ ਪਰਿਵਾਰਾਂ ਤੇ ਤੇਰੀ ਕਿਰਪਾ, ਆਓ ਦੁਆ ਕਰਾਂਗੇ। ਸਾਡੇ ਪ੍ਰਭੂ ਯਿਸੂ ਮਸੀਹਾ, ਅੱਜ ਦੇ ਛੋਟੇ ਜਿਹੇ ਟੌਪਿਕ ਨੂੰ, ਜੋ ਪਿੱਤਲ ਦਾ ਸੱਪ ਸੀ, ਪ੍ਰਭੂ ਯਿਸੂ ਮਸੀਹਾ ਉਸ ਨੂੰ ਬਿਆਨ ਕਰ ਸਕਿਆ ਹਾਂ। ਪਿਆਰੇ ਖੁਦਾਵੰਦ, ਆਪਣੇ ਬੱਚਿਆਂ ਨੂੰ ਬੜੀ ਵੱਡੀ ਕਿਰਪਾ ਦੇ ਪ੍ਰਭੂ। ਤੇਰਾ ਧੰਨਵਾਦ ਹੋਵੇ, ਤੂੰ ਜਿਸ ਨੇ ਸੱਪ ਦੇ ਸਿਰ ਨੂੰ ਫੇਰ ਦਿੱਤਾ। ਔਰ ਖੁਦਾਵੰਦ ਯਿਸੂ ਮਸੀਹਾ, ਤੂੰ ਸਾਨੂੰ ਸਾਰਿਆਂ ਨੂੰ ਛੁਡਾਉਣ ਦੀ ਸ਼ਕਤੀ ਪ੍ਰਭੂ ਤੂੰ ਦਿਆ ਕਰਦੇ ਪ੍ਰਭੂ। ਅੱਜ ਜਿੰਨੇ ਵੀ ਇਸ ਲਾਈਵ ਨੂੰ ਸੁਣਦੇ ਨੇ, ਪ੍ਰਭੂ ਤੇਰੀ ਕਿਰਪਾ ਉਹਨਾਂ ਦੇ ਨਾਲ ਹੋਵੇ। ਤੇਰਾ ਸ਼ੁਕਰ ਹੋਵੇ ਪ੍ਰਭੂ ਯਿਸੂ ਮਸੀਹਾ। ਤੇਰੀ ਦਇਆ ਕਿਰਪਾ ਵਾਲਾ ਹੱਥ ਹੋਵੇ ਪ੍ਰਭੂ ਯਿਸੂ ਮਸੀਹ। ਇਹਨਾਂ ਬੱਚਿਆਂ ਵਾਸਤੇ ਬੇਨਤੀ ਆ ਕਰਦੇ ਨੇ ਪ੍ਰਭੂ, ਇਸ ਮੋਬਾਈਲ ਫੋਨ ਨੂੰ ਸੈੱਟ ਕਰਦੇ ਨੇ ਔਰ ਉਡੀਕਦੇ ਰਹਿੰਦੇ ਨੇ ਪ੍ਰਭੂ, ਇਹਨਾਂ ਬੱਚਿਆਂ ਤੇ ਤੇਰੀ ਦਇਆ ਹੋਵੇ। ਸੁਣਨ ਵਾਲਿਆਂ ਤੇ ਤੇਰੀ ਬਹੁਤ ਪ੍ਰਭੂ ਯਿਸੂ ਮਸੀਹ ਹੋ ਜਾਏ। ਧੰਨਵਾਦ ਹੋਵੇ। ਦੁਆ ਯਿਸੂ